ਅੱਜ ਅਸੀਂ ਗੁਰੂ ਅੰਗਦ ਦੇਵ ਜੀ ਬਾਰੇ ਜਾਣਕਾਰੀ ਹਾਸਲ ਕਰਾਂਗੇ। ਰਾਮਕਲੀ ਦੀ ਵਾਰ ਦਾ ਮੈਂ ਜ਼ਿਕਰ ਕਰਨਾ ਜ਼ਰੂਰੀ ਸਮਝਦੀ ਹਾਂ। ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵ ਦੇ ਗੁਨਾ ਸਤ ਭੈਣ ਭਰਾਵ ਹੈ ਪਰ ਅੰਗਤ ਦਾਨ ਪੜੀਵ ਦੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਨੀ ਨੀਵ ਦੇ, ਲੈਣੇ ਧਰਿਉਣ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵ ਦੇ, ਮਤ ਗੁਰੂ ਆਤਮ ਦੇਵ ਦੀ ਖੜਗ ਜ਼ੋਰ ਪਰ ਆਕੂਏ ਜੀਂਦੇ, ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵ ਦੇ, ਸਹਿ ਟਿੱਕਾ ਦੇ ਤੋਸ ਜੀਵ ਦੇ, ਨਾਨਕ ਸਲਾਮਤ ਥੀਵ ਦੇ ਸਹਿ ਟਿੱਕਾ ਦੇ ਤੋਸ ਜੀਵ ਦੇ। ਸ਼ੁਭ ਇਛਾਵਾਂ। ਧੰਨਵਾਦ। ਹਰਜੀਤ ਵਮਰਾ। ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ 10 ਸਿੱਖ ਗੁਰੂ ਸਾਹਿਬਾਨ ਦਾ ਜੀਵਨ ਬਿਉਰਾ ਅਤੇ ਉਹਨਾਂ ਦੇ ਜੀਵਨ ਦੀਆਂ ਮਹੱਤਵਪੂਰਨ ਗੱਲਾਂ ਸਾਂਝਾ ਕਰਨ ਵਿੱਚ ਖੁਸ਼ੀ ਮਹਿਸੂਸ ਕਰ ਰਹੀ ਹਾਂ। ਸਿੱਖ ਧਰਮ ਦਾ ਮੁੱਢ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਬੱਝਾ, ਜਿਨ੍ਹਾਂ ਨੇ ਯੁੱਗ ਪੁਰਸ਼ ਵਜੋਂ ਵਿਚਰਦਿਆਂ ਸਮਾਜ ਵਿੱਚ ਮੌਜੂਦ ਕੁਰੀਤੀਆਂ ਨੂੰ ਬੁਰੀ ਤਰ੍ਹਾਂ ਭੰਡਿਆ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਵਿਚਾਰਮਾਨ ਮਨੁੱਖ ਵਜੋਂ ਵਿਚਰਨ ਦਾ ਵੱਲ ਦੱਸਿਆ। ਬਾਕੀ ਗੁਰੂ ਸਾਹਿਬਾਨ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਨੂੰ ਅੱਗੇ ਵਧਾਇਆ ਅਤੇ ਸਿੱਖ ਧਰਮ ਦੁਨੀਆ ਦੇ ਸਭ ਧਰਮਾਂ ਤੋਂ ਵੱਧ ਨਿਵੇਕਲਾ ਅਤੇ ਵਿਲੱਖਣ ਹੋ ਨਿਬੜਿਆ। ਸਾਰੇ ਗੁਰੂ ਸਾਹਿਬਾਨ ਦੀ ਬਾਣੀ, ਜਿਨ੍ਹਾਂ ਵਿੱਚ ਪਹਿਲੇ 5 ਗੁਰੂ ਸਾਹਿਬਾਨ ਅਤੇ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕੁੱਲ 31 ਰਾਗਾਂ ਵਿੱਚ ਦਰਜ ਹੈ। ਪਹਿਲਾ ਰਾਗ ਸ੍ਰੀ ਰਾਗ ਹੈ ਅਤੇ ਜੈ ਜੈਵੰਤੀ 31ਵਾਂ ਰਾਗ ਹੈ, ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਰਚੀ। ਇਸ ਤੋਂ ਇਲਾਵਾ 15 ਭਗਤਾਂ, ਜਿਨ੍ਹਾਂ ਦੀ ਬਾਣੀ ਗੁਰੂ ਸਾਹਿਬ ਦੇ ਆਸ਼ੇ ਨਾਲ ਮੇਲ ਖਾਂਦੀ ਹੈ, ਵੀ ਸ਼ਾਮਲ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ 10 ਗੁਰੂ ਸਾਹਿਬਾਨ ਨੇ ਜਨ ਸਧਾਰਨ ਦੇ ਆਤਮਿਕ ਅਤੇ ਨੈਤਿਕ ਤੌਰ 'ਤੇ ਵਧੀਆ ਮਨੁੱਖ ਵਜੋਂ ਵਿਚਰਨ ਦੀ ਜਾਂਚ ਦੱਸੀ। ਹਰ ਗੁਰੂ ਨੇ ਪਹਿਲੇ ਗੁਰੂਆਂ ਦੇ ਸੁਨੇਹੇ ਨੂੰ ਹੀ ਅੱਗੇ ਵਧਾਇਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਬਾਣੀ ਹੀ ਇੱਕ ਸਿੱਖ ਦੇ ਉੱਚੇ ਸੁੱਚੇ ਜੀਵਨ ਦਾ ਆਧਾਰ ਹੈ। ਸਾਰੇ ਗੁਰੂ ਸਾਹਿਬਾਨ ਨੇ ਫੋਕੇ ਵਹਿਮ ਭਰਮ, ਰੀਤੀ ਰਿਵਾਜ ਅਤੇ ਫਾਲਤੂ ਦੇ ਕਰਮ ਕਾਂਡਾਂ ਦੀ ਖੁੱਲ੍ਹ ਕੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਉਸ ਪਰਮਾਤਮਾ ਅਤੇ ਰਚਨਹਾਰ ਦੀ ਕੁਦਰਤ ਦੇ ਵਾਰੇ ਨਿਆਰੇ ਜਾਣ, ਸ਼ੁਕਰਾਨੇ ਅਤੇ ਉਸ ਦੀ ਰਜ਼ਾ ਵਿੱਚ ਰਹਿਣ, ਸਾਦਾ ਅਤੇ ਸਦਾਚਾਰੀ ਜੀਵਨ ਜੀਣ 'ਤੇ ਜ਼ੋਰ ਦਿੱਤਾ। ਸ੍ਰੀ ਗੁਰੂ ਅੰਗਦ ਦੇਵ ਜੀ। ਜਨਮ ਅਤੇ ਵੰਸ਼। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਲਹਿਣਾ ਜੀ ਸੀ। ਇਹਨਾਂ ਦੇ ਪਿਤਾ ਦਾ ਨਾਂ ਫੇਰੂਮਲ ਅਤੇ ਮਾਤਾ ਦਾ ਨਾਂ ਦਇਆ ਕੌਰ ਸੀ। ਇਹਨਾਂ ਦਾ ਜਨਮ 1504 ਈਸਵੀ ਵਿੱਚ ਮੱਤੇ ਦੀ ਸਰਾਂ ਨਾਂ ਦੇ ਇੱਕ ਪਿੰਡ ਵਿੱਚ ਹੋਇਆ। ਇਹ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸ੍ਰੀ ਮੁਕਤਸਰ ਦੇ ਨੇੜੇ ਸੀ। ਬਾਬਰ ਦੇ ਹਮਲੇ ਵੇਲੇ ਇਹ ਪਿੰਡ ਲੁੱਟਿਆ ਪੁੱਟਿਆ ਗਿਆ ਸੀ ਅਤੇ ਉੱਜੜ ਕੇ ਥੇਹ ਬਣ ਗਿਆ ਸੀ। ਇੱਥੇ ਗੁਰੂ ਅੰਗਦ ਦੇਵ ਜੀ ਦੇ ਜਨਮ ਅਤੇ ਨਿਵਾਸ ਵਾਲੀ ਥਾਂ 'ਤੇ ਗੁਰਦੁਆਰਾ ਹੈ। ਫੇਰੂਮਲ ਜੀ ਇੱਕ ਬੜੇ ਰੱਜੇ ਪੁੱਜੇ ਅਤੇ ਪਤਵੰਤੇ ਪੁਰਸ਼ ਸਨ। ਉਹ ਸੁਭਾਅ ਦੇ ਬੜੇ ਨਿੱਘੇ ਸਨ ਅਤੇ ਸਭਨਾਂ ਨਾਲ ਮੇਲ ਮਿਲਾਪ ਰੱਖਦੇ ਸਨ। ਉਹ ਦੁਕਾਨਦਾਰੀ ਕਰਦੇ ਸਨ ਅਤੇ ਆਪਣੇ ਕਾਰ ਵਿਹਾਰ ਅਤੇ ਲੈਣ ਦੇਣ ਵਿੱਚ ਖਰੇ ਸਨ। ਉਹਨਾਂ ਦਾ ਕਾਰੋਬਾਰ ਬੜਾ ਚੰਗਾ ਸੀ। ਉਹ ਪਿੰਡ ਦੇ ਚੌਧਰੀ ਦੇ ਮੁਨਸ਼ੀ ਸਨ ਅਤੇ ਫਿਰੋਜ਼ਪੁਰ ਦੇ ਹਾਕਮ ਨੇ ਉਹਨਾਂ ਨੂੰ ਆਪਣਾ ਖਜ਼ਾਨਚੀ ਨਿਯਤ ਕੀਤਾ ਹੋਇਆ ਸੀ। ਇਹਨਾਂ ਕੰਮਾਂ ਨੂੰ ਆਪਣੀ ਪੂਰੀ ਯੋਗਤਾ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਸਨ। ਫੇਰੂਮਲ ਜੀ ਦੇਵੀ ਦੇ ਭਗਤ ਸਨ। ਉਹ ਹਰ ਸਾਲ ਹੋਰਨਾਂ ਸਾਥੀਆਂ ਨਾਲ ਦੇਵੀ ਦੇ ਦਰਸ਼ਨਾਂ ਲਈ ਜਵਾਲਾਮੁਖੀ ਦੀ ਯਾਤਰਾ ਕਰਦੇ ਹੁੰਦੇ ਸਨ। ਲਹਿਣਾ ਜੀ ਅਤੇ ਆਪਣੇ ਪਿਤਾ ਦੀਆਂ ਧਾਰਮਿਕ ਰੁਚੀਆਂ ਦਾ ਬੜਾ ਪ੍ਰਭਾਵ ਪਿਆ। ਉਹ ਵੀ ਬਚਪਨ ਤੋਂ ਹੀ ਭਗਤੀ ਭਾਵ ਵਾਲੇ ਅਤੇ ਦੇਵੀ ਦੇ ਪੁਜਾਰੀ ਬਣ ਗਏ। ਉਹਨਾਂ ਅੰਦਰ ਈਸ਼ਵਰ ਦੀ ਤਲਾਸ਼ ਸੀ ਅਤੇ ਉਹ ਸੱਚੇ ਗਿਆਨ ਦੀ ਪ੍ਰਾਪਤੀ ਲਈ ਸੰਤਾਂ ਮਹਾਤਮਾ ਦੀ ਸੰਗਤ ਕਰਦੇ ਸਨ। ਵਿਆਹ ਅਤੇ ਸੰਤਾਨ। ਜਦੋਂ ਲਹਿਣਾ ਜੀ 15 ਸਾਲਾਂ ਦੇ ਸਨ ਤਾਂ ਉਹਨਾਂ ਦਾ ਵਿਆਹ ਪਿੰਡ ਸੰਗਰ ਦੇ ਰਹਿਣ ਵਾਲੇ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋ ਗਿਆ। ਇਹ ਪਿੰਡ ਖਡੂਰ ਸਾਹਿਬ ਦੇ ਕੋਲ ਹੀ ਸੀ। ਉਹਨਾਂ ਦੇ 2 ਪੁੱਤਰ ਅਤੇ 2 ਧੀਆਂ ਸਨ। ਵੱਡੇ ਪੁੱਤਰ ਦਾ ਨਾਂ ਦਾਸੂ ਜੀ ਅਤੇ ਛੋਟੇ ਦਾ ਨਾਂ ਦਾਤੂ ਜੀ ਸੀ। ਵੱਡੀ ਧੀ ਦਾ ਨਾਂ ਬੀਬੀ ਅਮਰੋ ਜੀ ਅਤੇ ਛੋਟੀ ਦਾ ਨਾਂ ਬੀਬੀ ਅਨੋਖੀ ਜੀ ਸੀ। ਸਤਿਗੁਰ ਮਿਲਾਪ। ਫੇਰੂਮਲ ਜੀ 1526 ਈਸਵੀ ਵਿੱਚ ਸਵਰਗਵਾਸ ਹੋ ਗਏ। ਇਸ ਲਈ ਸਾਰਾ ਕਾਰ ਵਿਹਾਰ ਲਹਿਣਾ ਜੀ ਨੂੰ ਸੰਭਾਲਣਾ ਪਿਆ। ਉਹਨਾਂ ਨੇ ਇਸ ਸਾਰੇ ਕੰਮਕਾਰ ਨੂੰ ਸੰਭਾਲਣ ਵਿੱਚ ਕੋਈ ਕਸਰ ਨਾ ਛੱਡੀ। ਆਪਣੇ ਪਿਤਾ ਵਾਂਗ ਪਿੰਡ ਵਿੱਚ ਉਹਨਾਂ ਦਾ ਵੀ ਬੜਾ ਅਸਰ ਰਸੂਖ ਸੀ ਅਤੇ ਉਹ ਵੀ ਹਰ ਸਾਲ ਦੇਵੀ ਦੇ ਦਰਸ਼ਨਾਂ ਲਈ ਜਵਾਲਾਮੁਖੀ ਦੀ ਯਾਤਰਾ ਲਈ ਜਾਂਦੇ ਸਨ। ਇੱਕ ਦਿਨ ਲਹਿਣਾ ਜੀ ਦੇ ਇੱਕ ਸਿੱਖ ਨੂੰ ਗੁਰੂ ਨਾਨਕ ਦੀ ਬਾਣੀ ਦਾ ਪਾਠ ਕਰਦੇ ਸੁਣਿਆ। ਇਸ ਮਿੱਠੀ ਅਤੇ ਸੁੰਦਰ ਬਾਣੀ ਦਾ ਇੱਕ ਇੱਕ ਅੱਖਰ ਉਹਨਾਂ ਦੇ ਹਿਰਦੇ ਵਿੱਚ ਕਰ ਗਿਆ। ਉਹਨਾਂ ਦੇ ਮਨ ਨੂੰ ਬੜੀ ਸ਼ਾਂਤੀ ਮਿਲੀ। ਉਹਨਾਂ ਦੇ ਦਿਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੀ ਤਾਂਘ ਪੈਦਾ ਹੋਈ। ਹਰ ਸਾਲ ਵਾਂਗ ਲਹਿਣਾ ਜੀ 1532 ਈਸਵੀ ਵਿੱਚ ਜਦੋਂ ਦੇਵੀ ਦੇ ਦਰਸ਼ਨਾਂ ਲਈ ਜਵਾਲਾਮੁਖੀ ਦੀ ਯਾਤਰਾ 'ਤੇ ਚੱਲੇ
ਤਾਂ ਉਹਨਾਂ ਪੱਕਾ ਇਰਾਦਾ ਕਰ ਲਿਆ ਕਿ ਇਸ ਵਾਰ ਉਹ ਜ਼ਰੂਰ ਕਰਤਾਰਪੁਰੋਂ ਹੋ ਕੇ ਜਾਣਗੇ। ਇਸ ਲਈ ਉਹ ਆਪਣੇ ਸਾਥੀਆਂ ਨਾਲ ਪਹਿਲਾਂ ਕਰਤਾਰਪੁਰ ਪਹੁੰਚੇ। ਉੱਥੇ ਪਹੁੰਚਦਿਆਂ ਹੀ ਲਹਿਣਾ ਜੀ ਆਪਣੇ ਘੋੜੇ 'ਤੇ ਸਵਾਰ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਨਿਕਲ ਤੁਰੇ। ਅਜੇ ਥੋੜ੍ਹੀ ਦੂਰ ਹੀ ਗਏ ਸਨ ਕਿ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਰਾਹ ਵਿੱਚ ਹੀ ਮਿਲ ਗਏ। ਲਹਿਣਾ ਜੀ ਨੇ ਗੁਰੂ ਜੀ ਨੂੰ ਪੁੱਛਿਆ, ਮੈਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਦੂਰੋਂ ਆਇਆ ਹਾਂ, ਮੈਨੂੰ ਜ਼ਰਾ ਉਹਨਾਂ ਦੇ ਨਿਵਾਸ ਸਥਾਨ ਦਾ ਰਾਹ ਦੱਸਣ ਦੀ ਖੇਚਲ ਕਰਨੀ। ਲਹਿਣਾ ਜੀ ਦੀ ਆਵਾਜ਼ ਵਿੱਚ ਸ਼ਹਿਦ ਵਰਗੀ ਮਿਠਾਸ ਅਤੇ ਆਪਣੇ ਪਿਆਰੇ ਨੂੰ ਮਿਲਣ ਦੀ ਤਾਂਘ ਭਰੀ ਹੋਈ ਸੀ। ਗੁਰੂ ਜੀ ਨੇ ਲਹਿਣਾ ਜੀ ਦੇ ਸੁੰਦਰ ਚਿਹਰੇ ਵੱਲ ਬੜੇ ਪਿਆਰ ਨਾਲ ਤੱਕਿਆ ਤੇ ਦਿਲ ਹੀ ਦਿਲ ਵਿੱਚ ਬੜੇ ਪ੍ਰਸੰਨ ਹੋਏ ਕਿ ਆਖਰ ਉਹ ਸਨੇਹੀ ਜਿਸ ਨੂੰ ਚਿਰਾਂ ਤੋਂ ਉਡੀਕ ਰਹੇ ਸਨ ਆ ਹੀ ਮਿਲਿਆ ਹੈ। ਗੁਰੂ ਜੀ ਨੇ ਲਹਿਣਾ ਜੀ ਨੂੰ ਉੱਤਰ ਦਿੱਤਾ, ਮੈਂ ਵੀ ਉੱਧਰ ਹੀ ਜਾ ਰਿਹਾ ਹਾਂ, ਮੇਰੇ ਮਗਰ ਮਗਰ ਤੁਰੇ ਆਓ। ਸੋ ਅੱਗੇ ਅੱਗੇ ਹਰੀ ਕੀਰਤਨ ਦੇ ਰਸੀਏ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਪਿੱਛੇ ਪਿੱਛੇ ਹੋਣ ਵਾਲੇ ਗੁਰੂ ਲਹਿਣਾ ਜੀ ਸੋਹਣੇ ਰੇਸ਼ਮੀ ਲਿਬਾਸ ਵਿੱਚ ਅਤੇ ਸੁੰਦਰ ਘੋੜੇ 'ਤੇ ਸਵਾਰ ਸੂਰਜ ਦੀਆਂ ਸੁਨਹਿਰੀ ਕਿਰਨਾਂ ਵਾਂਗ ਚਮਕ ਰਹੇ ਸਨ। ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ 63 ਸਾਲ ਦੇ ਲਗਭਗ ਸੀ ਤੇ ਲਹਿਣਾ ਜੀ 28 ਸਾਲ ਦੇ ਸੁੰਦਰ ਸਜੀਲੇ ਜਵਾਨ ਸਨ। ਜਦੋਂ ਉਹ ਗੁਰੂ ਘਰ ਦੇ ਬੂਹੇ ਅੱਗੇ ਪਹੁੰਚੇ ਤਾਂ ਗੁਰੂ ਸਾਹਿਬ ਨੇ ਲਹਿਣਾ ਜੀ ਨੂੰ ਇਸ਼ਾਰਾ ਕਰਦਿਆਂ ਕਿਹਾ, ਇਹ ਹੈ ਗੁਰੂ ਨਾਨਕ ਦਾ ਘਰ, ਅੰਦਰ ਲੰਘ ਆਓ। ਲਹਿਣਾ ਜੀ ਨੇ ਘੋੜੇ ਨੂੰ ਕੋਲ ਹੀ ਇੱਕ ਕਿੱਲੇ ਨਾਲ ਬੰਨ੍ਹ ਦਿੱਤਾ ਤੇ ਘਰ ਦੇ ਅੰਦਰ ਚਲੇ ਗਏ। ਇਤਨੇ ਨੂੰ ਗੁਰੂ ਨਾਨਕ ਦੇਵ ਜੀ ਵੀ ਅੰਦਰ ਜਾ ਕੇ ਆਪਣੇ ਸਿੰਘਾਸਨ ਉੱਤੇ ਬੈਠ ਗਏ। ਲਹਿਣਾ ਜੀ ਜਦੋਂ ਅੰਦਰ ਗਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਗੁਰੂ ਨਾਨਕ ਦੇਵ ਜੀ ਹੀ ਸਨ ਜੋ ਉਹਨਾਂ ਦੇ ਨਾਲ ਨਾਲ ਆਏ ਸਨ। ਉਹ ਗੁਰੂ ਜੀ ਦੇ ਚਰਨਾਂ 'ਤੇ ਟਹਿ ਪਏ ਤੇ ਉਹਨਾਂ ਨੇ ਹੱਥ ਜੋੜ ਕੇ ਇਸ ਗੱਲ ਦੀ ਖਿਮਾ ਮੰਗੀ ਕਿ ਉਹ ਆਪ ਘੋੜੇ 'ਤੇ ਚੜ੍ਹ ਆਏ ਸਨ ਤੇ ਗੁਰੂ ਜੀ ਪੈਦਲ ਸਨ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪਿਆਰ ਨਾਲ ਕੋਲ ਬਿਠਾ ਕੇ ਪੁੱਛਿਆ, ਤੁਹਾਡਾ ਨਾਂ ਕੀ ਹੈ? ਲਹਿਣਾ ਜੀ ਨੇ ਕਿਹਾ, ਜੀ ਮੇਰਾ ਨਾਂ ਲਹਿਣਾ ਹੈ। ਗੁਰੂ ਨਾਨਕ ਜੀ ਹੱਸ ਪਏ ਤੇ ਕਹਿਣ ਲੱਗੇ, ਲਹਿਣਾ ਜੀ ਮੈਂ ਤੁਹਾਨੂੰ ਬੜੇ ਚਿਰਾਂ ਤੋਂ ਉਡੀਕ ਰਿਹਾ ਸਾਂ, ਅੰਤ ਤੁਸੀਂ ਮੈਥੋਂ ਆਪਣਾ ਲਹਿਣਾ ਲੈਣ ਆ ਹੀ ਪਹੁੰਚੇ ਹੋ। ਫਿਰ ਗੁਰੂ ਜੀ ਨੇ ਲਹਿਣਾ ਜੀ ਨੂੰ ਗਿਆਨ ਦੀ ਬਖਸ਼ਿਸ਼ ਕੀਤੀ ਤੇ ਉਹ ਗੁਰੂ ਜੀ ਦੇ ਸੱਚੇ ਸੇਵਕ ਬਣ ਗਏ। ਉਹਨਾਂ ਨੂੰ ਜਿਸ ਵਸਤ ਦੀ ਭਾਲ ਸੀ ਉਹ ਸ੍ਰੀ ਗੁਰੂ ਨਾਨਕ ਜੀ ਤੋਂ ਮਿਲ ਗਈ। ਇਸ ਲਈ ਉਹਨਾਂ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਉਹ ਹੁਣ ਉਹਨਾਂ ਦੇ ਨਾਲ ਯਾਤਰਾ 'ਤੇ ਨਹੀਂ ਜਾਣਗੇ ਤੇ ਕਰਤਾਰਪੁਰ ਹੀ ਰਹਿਣਗੇ। ਲਹਿਣਾ ਜੀ ਹਰ ਰੋਜ਼ ਬੜੇ ਪ੍ਰੇਮ ਭਾਵ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਉਪਦੇਸ਼ ਸੁਣਦੇ ਤੇ ਉਹਨਾਂ ਦੀ ਰੱਬੀ ਬਾਣੀ ਨਾਲ ਆਪਣੇ ਹਿਰਦੇ ਦੇ ਸੰਦੇਹ ਦੂਰ ਕਰਦੇ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਉਹ ਇਤਨਾ ਪਿਆਰ ਕਰਨ ਲੱਗ ਪਏ ਕਿ ਉਹਨਾਂ ਨੂੰ ਵਾਪਸ ਘਰ ਜਾਣਾ ਵੀ ਭੁੱਲ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਲਹਿਣਾ ਜੀ ਦਾ ਪ੍ਰੇਮ ਭਾਵ ਤੇ ਪ੍ਰਭੂ ਭਗਤੀ ਵੇਖ ਕੇ ਬੜੇ ਪ੍ਰਸੰਨ ਹੋਏ। ਇੱਕ ਦਿਨ ਉਹਨਾਂ ਨੇ ਲਹਿਣਾ ਜੀ ਨੂੰ ਕਿਹਾ, ਤੁਸੀਂ ਹੁਣ ਘਰ ਜਾਓ ਤੇ ਆਪਣੇ ਕੰਮਕਾਰ ਦਾ ਪ੍ਰਬੰਧ ਕਰ ਆਓ। ਹੁਕਮ ਸੁਣਦਿਆਂ ਹੀ ਲਹਿਣਾ ਜੀ ਆਪਣੇ ਪਿੰਡ ਚਲੇ ਗਏ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੂਰਾਨੀ ਦਰਸ਼ਨਾਂ ਦੀ ਤਾਂਘ ਉਹਨਾਂ ਨੂੰ ਫਿਰ ਛੇਤੀ ਹੀ ਕਰਤਾਰਪੁਰ ਮੋੜ ਲਿਆਈ। ਗੁਰੂ ਘਰ ਦੀ ਸੇਵਾ। ਲਹਿਣਾ ਜੀ ਜਦੋਂ ਖਡੂਰ ਤੋਂ ਵਾਪਸ ਕਰਤਾਰਪੁਰ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਖੇਤਾਂ ਵੱਲ ਗਏ ਹੋਏ ਹਨ। ਇਹ ਸੁਣਦਿਆਂ ਹੀ ਲਹਿਣਾ ਜੀ ਵੀ ਉੱਧਰ ਤੁਰ ਪਏ। ਖੇਤਾਂ ਲਾਗੇ ਪਹੁੰਚ ਕੇ ਲਹਿਣਾ ਜੀ ਕੀ ਵੇਖਦੇ ਹਨ ਕਿ ਗੁਰੂ ਸਾਹਿਬ ਆਪਣੇ ਸੇਵਕਾਂ ਸਮੇਤ ਝੋਨੇ ਵਿੱਚੋਂ ਘਾਹ ਫੂਸ ਕੱਢ ਰਹੇ ਹਨ। ਲਹਿਣਾ ਜੀ ਨੇ ਗੁਰੂ ਜੀ ਅੱਗੇ ਮੱਥਾ ਟੇਕਿਆ ਤੇ ਆਪ ਵੀ ਉਸ ਕੰਮ ਵਿੱਚ ਰੁੱਝ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਗੁਰੂ ਪਿਆਰ ਵਿੱਚ ਉਹ ਇਤਨੇ ਮਸਤ ਸਨ ਕਿ ਉਹਨਾਂ ਨੂੰ ਆਪਣੀ ਰੇਸ਼ਮੀ ਪੁਸ਼ਾਕ ਦੇ ਲਿਬੜ ਜਾਣ ਦਾ ਵੀ ਜ਼ਰਾ ਵੀ ਖਿਆਲ ਨਾ ਰਿਹਾ। ਜਦੋਂ ਲੌਡਾ ਵੇਲਾ ਹੋਇਆ ਤਾਂ ਗੁਰੂ ਜੀ ਨੇ ਵਾਪਸ ਡੇਰੇ ਜਾਣ ਦੀ ਤਿਆਰੀ ਕਰ ਲਈ। ਲਹਿਣਾ ਜੀ ਨੇ ਝੋਨੇ ਵਿੱਚੋਂ ਨਿਕਲੇ ਘਾਸ ਫੂਸ ਦੀ ਪੰਡ ਬੰਨ੍ਹ ਲਈ ਤੇ ਸਿਰ ਉੱਤੇ ਚੁੱਕ ਕੇ ਗੁਰੂ ਜੀ ਨਾਲ ਘਰ ਵੱਲ ਤੁਰ ਪਏ। ਘਾਹ ਗਿੱਲਾ ਤੇ ਚਿੱਕੜ ਨਾਲ ਭਰਿਆ ਹੋਇਆ ਸੀ। ਉਸ ਵਿੱਚੋਂ ਪਾਣੀ ਚੋ ਚੋ ਕੇ ਲਹਿਣਾ ਜੀ ਦੀ ਪੁਸ਼ਾਕ ਉੱਤੇ ਡਿੱਗ ਰਿਹਾ ਸੀ। ਘਰ ਪਹੁੰਚ ਕੇ ਜਦੋਂ ਲਹਿਣਾ ਜੀ ਨੇ ਘਾਹ ਦੀ ਪੰਡ ਸਿਰੋਂ ਥੱਲੇ ਲਾ ਕੇ ਰੱਖੀ ਤਾਂ ਮਾਤਾ ਸੁਲੱਖਣੀ ਜੀ ਨੇ ਗੁਰੂ ਜੀ ਨੂੰ ਕਿਹਾ, ਲਹਿਣਾ ਜੀ ਇੰਨੀ ਦੂਰੋਂ ਸਫ਼ਰ ਕਰਕੇ ਆਏ ਨੇ, ਤੁਸਾਂ ਆਉਂਦਿਆਂ ਹੀ ਇਹਨਾਂ ਨੂੰ ਚੰਗੀ ਵਗਾਰ ਪਾ ਦਿੱਤੀ ਏ। ਵੇਖੋ ਚਿੱਕੜ ਨਾਲ ਉਹਨਾਂ ਦੇ ਐਡੇ ਕੀਮਤੀ ਕੱਪੜੇ ਕਿਵੇਂ ਲਿਬੜ ਗਏ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਲਹਿਣਾ ਜੀ ਵੱਲ ਵੇਖ ਕੇ ਹੱਸ ਪਏ ਤੇ ਕਹਿਣ ਲੱਗੇ, ਨਹੀਂ ਸੁਲੱਖਣੀ, ਇਹਨਾਂ ਦੇ ਸਿਰ 'ਤੇ ਘਾਹ ਦੀ ਪੰਡ ਨਹੀਂ, ਇਹ ਤਾਂ ਦੁਨੀਆ ਦੇ ਦੁੱਖਾਂ ਦੀ ਪੰਡ ਏ। ਇਹ ਚਿੱਕੜ ਦੀਆਂ ਛਿੱਟਾਂ ਨਹੀਂ, ਇਹ ਤਾਂ ਕੇਸਰ ਦੇ ਛਿੱਟੇ ਨੇ। ਪਰਮਾਤਮਾ ਨੇ ਆਪ ਇਹਨਾਂ ਨੂੰ ਦੁਨੀਆ ਦੇ ਦੁੱਖ ਦੂਰ ਕਰਨ ਲਈ ਚੁਣਿਆ ਏ। ਲਹਿਣਾ ਜੀ ਤਨ ਮਨ ਨਾਲ ਗੁਰੂ ਜੀ ਦੀ ਸੇਵਾ ਵਿੱਚ ਜੁਟ ਪਏ। ਹਰ ਵਕਤ ਗੁਰੂ ਆਗਿਆ ਦੇ ਪਾਲਣ ਲਈ ਤਿਆਰ ਰਹਿੰਦੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੱਬੀ ਬਾਣੀ ਨਾਲ ਆਪਣੇ ਮਨ ਦੀ ਪਿਆਸ ਬੁਝਾਉਂਦੇ। ਸ੍ਰੀ ਗੁਰੂ ਜੀ ਲਹਿਣਾ ਜੀ ਨਾਲ ਬੜਾ ਪਿਆਰ ਕਰਦੇ ਸਨ। ਉਹ ਜਾਣਦੇ ਸਨ ਕਿ ਲਹਿਣਾ ਜੀ ਉਹਨਾਂ ਦੇ ਸੱਚੇ ਸੇਵਕ ਹਨ। ਲਹਿਣਾ ਜੀ ਨੇ ਗੁਰੂ ਚਰਨਾਂ ਵਿੱਚ ਰਹਿ ਕੇ ਗੁਰਸਿੱਖੀ ਦਾ ਪੂਰਨ ਗਿਆਨ ਪ੍ਰਾਪਤ ਕੀਤਾ। ਗੁਰੂ ਘਰ ਦੀ ਸੇਵਾ ਉਹਨਾਂ ਦਾ ਪਰਮ ਕਰਤੱਵ ਸੀ। ਔਖੇ ਤੋਂ ਔਖੇ ਕੰਮ ਨੂੰ ਵੀ ਉਹ ਖਿੜੇ ਮੱਥੇ ਕਰਦੇ
ਤੇ ਇਸ ਨੂੰ ਆਪਣੇ ਵੱਡੇ ਭਾਗ ਸਮਝਦੇ। ਲਹਿਣਾ ਜੀ ਗੁਰੂ ਜੀ ਦੇ ਬਹੁਤ ਨੇੜੇ ਹੋ ਗਏ। ਗੁਰੂ ਜੀ ਦੇ ਸਾਹਿਬਜ਼ਾਦੇ ਸ੍ਰੀ ਚੰਦ ਅਤੇ ਲਖਮੀ ਦਾਸ ਉਹਨਾਂ ਨਾਲ ਈਰਖਾ ਕਰਨ ਲੱਗ ਪਏ। ਇਹ ਵੇਖ ਕੇ ਗੁਰੂ ਜੀ ਨੇ ਲਹਿਣਾ ਜੀ ਨੂੰ ਆਪਣੇ ਘਰ ਮੁੜ ਜਾਣ ਦੀ ਆਗਿਆ ਕੀਤੀ। ਨਾਲੇ ਉਹਨਾਂ ਦਾ ਇਹ ਵੀ ਖਿਆਲ ਸੀ ਕਿ ਘਰ ਵਾਪਸ ਆ ਕੇ ਉਹ ਆਪਣੇ ਕੰਮ ਦੀ ਦੇਖਭਾਲ ਕਰ ਲੈਣਗੇ। ਲਹਿਣਾ ਜੀ ਨੂੰ ਘਰੋਂ ਆਇਆ 3 ਕੁ ਸਾਲ ਹੋ ਗਏ ਸਨ। ਇਹ ਹੁਕਮ ਸੁਣ ਕੇ ਲਹਿਣਾ ਜੀ ਸੰਗਰ ਚਲੇ ਗਏ। ਗੁਰੂ ਸਾਹਿਬ ਨੇ ਕਿਹਾ ਕਿ ਹੁਣ ਉਹ ਆਪ ਹੀ ਲਹਿਣਾ ਜੀ ਨੂੰ ਉੱਥੇ ਮਿਲਣ ਆਇਆ ਕਰਨਗੇ। ਇਮਤਿਹਾਨ। ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਮਿਲਣ ਲਈ 2 ਵਾਰ ਗਏ। ਦੂਜੀ ਵਾਰ ਗੁਰੂ ਜੀ ਲਹਿਣਾ ਜੀ ਨੂੰ ਆਪਣੇ ਨਾਲ ਹੀ ਕਰਤਾਰਪੁਰ ਲੈ ਆਏ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਪਣੀ ਗੁਰੂ ਦੀ ਪਦਵੀ ਕਿਸੇ ਯੋਗ ਗੁਰਸਿੱਖ ਨੂੰ ਦੇਣਾ ਚਾਹੁੰਦੇ ਸਨ। ਇਹ ਇੱਕ ਕੜਰਾ ਇਮਤਿਹਾਨ ਸੀ ਜਿਸ ਵਿੱਚ ਸਫਲ ਹੋਣ ਲਈ ਸਿੱਖੀ ਸਿੱਧਕ ਅਤੇ ਗੁਰੂ ਚਰਨਾਂ ਨਾਲ ਅਕਹਿ ਪਿਆਰ ਦੀ ਲੋੜ ਸੀ। ਗੁਰੂ ਨਾਨਕ ਦੇਵ ਜੀ ਇਹ ਇਮਤਿਹਾਨ ਇਸ ਲਈ ਵੀ ਲੈਣਾ ਚਾਹੁੰਦੇ ਸਨ ਤਾਂ ਜੋ ਜਿਸ ਨੂੰ ਵੀ ਉਹ ਗੁਰੂ ਥਾਪਣ ਦੂਜੇ ਉਸ 'ਤੇ ਕੋਈ ਇਤਰਾਜ਼ ਨਾ ਕਰ ਸਕਣ। ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਅਤੇ ਸੇਵਕਾਂ ਨੂੰ ਕਈ ਵਾਰ ਅਜ਼ਮਾਇਆ, ਪਰ ਇਸ ਅਜ਼ਮਾਇਸ਼ ਵਿੱਚੋਂ ਕੇਵਲ ਲਹਿਣਾ ਜੀ ਹੀ ਪੂਰੇ ਉਤਰਦੇ ਰਹੇ। ਇੱਕ ਦਿਨ ਸਰਦੀਆਂ ਦੀ ਰੁੱਤ ਵਿੱਚ ਝੜੀ ਲੱਗੀ ਹੋਈ ਸੀ। ਅੱਧੀ ਕੁ ਰਾਤ ਵੇਲੇ ਗੁਰੂ ਘਰ ਦੀ ਕੰਧ ਦਾ ਕੁਝ ਹਿੱਸਾ ਡਿੱਗ ਪਿਆ। ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਕੰਧ ਦੀ ਮੁਰੰਮਤ ਹੁਣੇ ਕੀਤੀ ਜਾਏ, ਪਰ ਉਹਨਾਂ ਨੇ ਉੱਤਰ ਦਿੱਤਾ, ਜੇ ਅੱਧੀ ਰਾਤ ਵੇਲੇ ਤਾਂ ਕੋਈ ਰਾਜ ਮਜ਼ਦੂਰ ਨਹੀਂ ਮਿਲਣਾ, ਕੰਧ ਦੀ ਉਸਾਰੀ ਕਿੱਦਾਂ ਹੋ ਸਕਦੀ ਏ। ਫਿਰ ਗੁਰੂ ਜੀ ਨੇ ਆਪਣੇ ਕਈ ਸਿੱਖਾਂ ਨੂੰ ਇਹ ਕੰਮ ਉਸੇ ਵੇਲੇ ਕਰਨ ਲਈ ਕਿਹਾ, ਪਰ ਕਿਸੇ ਨੇ ਵੀ ਹਾਮੀ ਨਾ ਭਰੀ। ਗੁਰੂ ਜੀ ਨੇ ਇਸ ਕੰਮ ਲਈ ਆਖਰ ਲਹਿਣਾ ਜੀ ਨੂੰ ਕਿਹਾ। ਉਹ ਫੌਰਨ ਸਤਿਗੁਰੂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਕੰਧ ਦੀ ਉਸਾਰੀ ਵਿੱਚ ਜੁਟ ਗਏ। ਉਹਨਾਂ ਨੇ ਮੀਂਹ ਅਤੇ ਠੰਡ ਦੀ ਰਤਾ ਪਰਵਾਹ ਨਾ ਕੀਤੀ ਤੇ ਦਿਨ ਚੜ੍ਹਨ ਤੱਕ ਉਸਾਰੀ ਵਿੱਚ ਰੁੱਝੇ ਰਹੇ। ਗੁਰੂ ਨਾਨਕ ਦੇਵ ਜੀ ਲਹਿਣਾ ਜੀ ਦੇ ਰਾਤ ਭਰ ਦੇ ਕੀਤੇ ਕੰਮ ਨੂੰ ਵੇਖਣ ਲਈ ਆਏ। ਉਹਨਾਂ ਵੇਖਿਆ ਕਿ ਕੰਧ ਵਿੰਗੀ ਬਣੀ ਹੈ। ਉਹਨਾਂ ਨੇ ਲਹਿਣਾ ਜੀ ਨੂੰ ਕੰਧ ਢਾਹ ਕੇ ਮੁੜ ਬਣਾਉਣ ਦੀ ਹੁਕਮ ਦਿੱਤਾ। ਲਹਿਣਾ ਜੀ ਕੰਧ ਨੂੰ ਮੁੜ ਢਾਹ ਕੇ ਨਵੇਂ ਸਿਰੇ ਤੋਂ ਬਣਾਉਣ ਲੱਗ ਪਏ। ਗੁਰੂ ਨਾਨਕ ਜੀ ਨੇ ਉਸ ਵਿੱਚ ਕੁਝ ਨੁਕਸ ਵੇਖ ਕੇ ਕੰਧ ਨੂੰ ਫਿਰ ਢਾਹ ਕੇ ਬਣਾਉਣ ਲਈ ਕਿਹਾ। ਲਹਿਣਾ ਜੀ ਨੇ ਖਿੜੇ ਮੱਥੇ ਗੁਰੂ ਦੀ ਆਗਿਆ ਦਾ ਪਾਲਣ ਕੀਤਾ ਤੇ ਕੰਧ ਨੂੰ ਢਾਹ ਕੇ ਫਿਰ ਬਣਾਉਣ ਲੱਗ ਪਏ। ਹੁਣ ਲਹਿਣਾ ਜੀ ਨੇ ਕੰਧ ਦੀ ਤੀਜੀ ਵਾਰ ਉਸਾਰੀ ਕੀਤੀ, ਪਰ ਗੁਰੂ ਜੀ ਨੇ ਫਿਰ ਢਾਹ ਕੇ ਬਣਾਉਣ ਦਾ ਹੁਕਮ ਦਿੱਤਾ। ਇਹ ਵੇਖ ਕੇ ਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਲਹਿਣਾ ਜੀ ਨੂੰ ਕਿਹਾ, ਸਾਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਮੂਰਖਾਂ ਵਾਂਗ ਕਿਉਂ ਅਜਿਹੇ ਅਯੋਗ ਹੁਕਮ ਦੀ ਪਾਲਣਾ ਕਰ ਰਹੇ ਹੋ। ਲਹਿਣਾ ਜੀ ਨੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ, ਸੇਵਕ ਦੀ ਕਿਰਤ ਖਿੜੇ ਮੱਥੇ ਹੁਕਮ ਮੰਨਣ ਵਿੱਚ ਹੀ ਸਫਲ ਹੁੰਦੀ ਏ। ਹੁਕਮ ਅੱਗੇ ਹੁਜ਼ਤ ਕਰਨੀ ਉਸ ਦਾ ਕਰਤੱਵ ਨਹੀਂ। ਗੁਰੂ ਜੀ ਅੰਮ੍ਰਿਤ ਵੇਲੇ ਹਰ ਰੋਜ਼ ਦਰਿਆ ਰਾਵੀ 'ਤੇ ਇਸ਼ਨਾਨ ਕਰਨ ਜਾਂਦੇ ਸਨ ਤੇ ਲਹਿਣਾ ਜੀ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ। ਇਹ ਵੇਖ ਕੇ ਕੁਝ ਹੋਰ ਗੁਰਸਿੱਖਾਂ ਨੂੰ ਵੀ ਰੀਝ ਆਈ ਕਿ ਉਹ ਵੀ ਗੁਰੂ ਜੀ ਦੀ ਸੇਵਾ ਲਈ ਪ੍ਰਾਤଃ ਕਾਲ ਰਾਵੀ ਦੇ ਜਾਇਆ ਕਰਨ। ਸਿਆਲਾਂ ਦੀ ਰੁੱਤ ਸੀ। ਜਦੋਂ ਦਰਿਆ ਦੇ ਕੰਢੇ 'ਤੇ ਅੱਪੜੇ ਤਾਂ ਠੰਡੀ ਹਵਾ ਚੱਲਣ ਲੱਗ ਪਈ ਤੇ ਵੇਖਦਿਆਂ ਹੀ ਵੇਖਦਿਆਂ ਮੀਂਹ ਪੈਣ ਲੱਗ ਪਿਆ। ਲਹਿਣਾ ਜੀ ਤੋਂ ਸਿਵਾ ਸਾਰੇ ਗੁਰਸਿੱਖ ਡੇਰੇ ਨੂੰ ਮੁੜ ਪਏ ਤੇ ਠਰੂ ਠਰੂ ਕਰਦੇ ਹੋਏ ਘਰ ਪਹੁੰਚੇ, ਪਰ ਲਹਿਣਾ ਜੀ ਨੇ ਗੁਰੂ ਜੀ ਦੇ ਬਸਤਰ ਭਿੱਜਣ ਤੋਂ ਬਚਾ ਕੇ ਰੱਖ ਛੱਡੇ। ਉਸ ਦਿਨ ਗੁਰੂ ਜੀ ਅੱਗੇ ਨਾਲੋਂ ਕੁਝ ਬਹੁਤਾ ਚਿਰ ਹੀ ਇਸ਼ਨਾਨ ਕਰਦੇ ਰਹੇ। ਜਦੋਂ ਉਹ ਨਦੀ ਵਿੱਚੋਂ ਬਾਹਰ ਆਏ ਤਾਂ ਲਹਿਣਾ ਜੀ ਨੂੰ ਉੱਥੇ ਇਕੱਲਿਆਂ ਖੜੇ ਵੇਖ ਕੇ ਕਹਿਣ ਲੱਗੇ, ਮੀਂਹ ਵਰਦਾ ਸੀ, ਬਾਕੀਆਂ ਨਾਲ ਤੁਸੀਂ ਵੀ ਚਲੇ ਜਾਣਾ ਸੀ। ਅੱਗੋਂ ਪਿਆਰ ਵਿੱਚ ਭਿੱਜੇ ਹੋਏ ਲਹਿਣਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ, ਮੈਂ ਆਪਣੇ ਸੂਰਜ ਨੂੰ ਛੱਡ ਕੇ ਹਨੇਰੇ ਵਿੱਚ ਕਿੱਥੇ ਜਾ ਸਕਦਾ ਹਾਂ। ਇੱਕ ਵਾਰ ਅੱਧੀ ਰਾਤ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ, ਸਾਡੇ ਬਸਤਰ ਮੈਲੇ ਹਨ, ਇਹਨਾਂ ਨੂੰ ਧੋ ਦਿਓ। ਉਹਨਾਂ ਉੱਤਰ ਦਿੱਤਾ, ਇਸ ਵੇਲੇ ਅੱਧੀ ਰਾਤ ਏ, ਬਾਹਰ ਹਨੇਰਾ ਕੁੱਪੇ, ਕੱਪੜੇ ਕਿੱਦਾਂ ਧੋਤੇ ਜਾ ਸਕਦੇ ਨੇ, ਦਿਨ ਚੜ੍ਹਨ ਤੇ ਧੋਬੀ ਨੂੰ ਦੇ ਕੇ ਧੁਆ ਦੇਵਾਂਗੇ, ਇਹਨਾਂ ਨੂੰ ਇਸ ਵੇਲੇ ਧੋਣਾ ਕਿਹੜਾ ਜ਼ਰੂਰੀ ਏ। ਫਿਰ ਗੁਰੂ ਜੀ ਨੇ ਹੋਰਨਾਂ ਸਿੱਖਾਂ ਨੂੰ ਵੀ ਇਸ ਕੰਮ ਨੂੰ ਕਰਨ ਲਈ ਕਿਹਾ, ਪਰ ਕਿਸੇ ਨੇ ਇਸ ਨੂੰ ਪੂਰਾ ਨਾ ਕੀਤਾ। ਜਦੋਂ ਗੁਰੂ ਜੀ ਨੇ ਲਹਿਣਾ ਜੀ ਨੂੰ ਹੁਕਮ ਕੀਤਾ ਤਾਂ ਉਸੇ ਵੇਲੇ ਬਸਤਰ ਧੋਣ ਲਈ ਚਲੇ ਗਏ। ਗੁਰਿਆਈ ਦੇਣ ਲਈ ਗੁਰੂ ਜੀ ਨੇ ਹੋਰ ਵੀ ਕਈ ਇਮਤਿਹਾਨ ਲਏ। ਇਹਨਾਂ ਸਭਨਾਂ ਵਿੱਚੋਂ ਕੇਵਲ ਭਾਈ ਲਹਿਣਾ ਜੀ ਹੀ ਪੂਰੇ ਉਤਰਦੇ ਰਹੇ। ਉਹਨਾਂ ਦੀ ਗੁਰੂ ਚਰਨਾਂ ਨਾਲ ਪ੍ਰੀਤੀ, ਸਿਦਕ ਅਤੇ ਹੁਕਮ ਮੰਨਣ ਦੀ ਕਾਲ ਨੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਹੀ ਗੁਰਗੱਦੀ ਦੇ ਯੋਗ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਹਿਣਾ ਜੀ ਨੂੰ 14 ਜੂਨ 1539 ਨੂੰ ਗੁਰਗੱਦੀ 'ਤੇ ਬਿਠਾਇਆ। ਉਹਨਾਂ ਅੱਗੇ 5 ਪੈਸੇ ਤੇ ਨਰੇਲ ਰੱਖ ਕੇ ਆਪ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਪਾਸੋਂ ਲਹਿਣਾ ਜੀ ਨੂੰ ਗੁਰਿਆਈ ਦਾ ਤਿਲਕ ਲਵਾ ਕੇ ਉਹਨਾਂ ਨੂੰ ਗੁਰੂ ਅੰਗਦ ਬਣਾ ਦਿੱਤਾ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਨੂੰ ਖਡੂਰ ਜਾ ਕੇ ਰਹਿਣ ਦੀ ਆਗਿਆ ਦੇ ਦਿੱਤੀ। ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵਿਛੜ ਕੇ ਬੜੇ ਉਦਾਸ ਹੋ ਗਏ। ਉਹਨਾਂ ਖਡੂਰ ਪਹੁੰਚ ਕੇ ਮਾਈ ਭਰਾਈ ਦੇ ਘਰ ਭਜਨ ਬੰਦਗੀ ਕਰਨ ਲਈ ਟਿਕਾਣਾ ਬਣਾ ਲਿਆ ਤੇ ਇਸ ਗੱਲ ਦੀ ਪਕਿਆਈ ਕੀਤੀ ਕਿ ਕਿਸੇ ਨੂੰ ਉਹਨਾਂ ਦੀ ਸੂਹ ਨਾ ਮਿਲੇ। ਸ੍ਰੀ ਗੁਰੂ ਨਾਨਕ ਦੇਵ ਜੀ 7 ਸਤੰਬਰ
1539 ਈਸਵੀ ਨੂੰ ਜੋਤੀ ਜੋਤ ਸਮਾ ਗਏ। ਜਦੋਂ ਇਸ ਬਾਰੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਦਿਲ 'ਤੇ ਡੂੰਘੀ ਸੱਟ ਵੱਜੀ। ਉਹ ਗੁਪਤਵਾਸ ਵਿੱਚ ਹੀ ਆਪਣੇ ਪਿਆਰੇ ਨੂੰ ਯਾਦ ਕਰਦੇ ਰਹੇ। ਗੁਰੂ ਦਰਸ਼ਨਾਂ ਲਈ ਸਿੱਖ ਸੰਗਤਾਂ ਕਰਤਾਰਪੁਰ ਤੋਂ ਹੋ ਕੇ ਖਡੂਰ ਆਉਣ ਲੱਗ ਪਈਆਂ, ਪਰ ਉਹ ਉੱਥੋਂ ਨਿਰਾਸ਼ ਮੁੜ ਜਾਂਦੀਆਂ। ਇਸ ਤਰ੍ਹਾਂ ਜਦ ਕੁਝ ਮਹੀਨੇ ਲੰਘ ਗਏ ਤਾਂ ਸੰਗਤਾਂ ਨੇ ਬਾਬਾ ਬੁੱਢਾ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਦੀ ਭਾਲ ਕਰਕੇ ਉਹਨਾਂ ਨੂੰ ਸਿੱਖ ਸੰਗਤਾਂ ਦੀ ਅਗਵਾਈ ਲਈ ਬੇਨਤੀ ਕੀਤੀ ਜਾਏ। ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਗੁਪਤਵਾਸ ਦੇ ਟਿਕਾਣੇ ਦਾ ਪਤਾ ਲਾਇਆ ਤੇ ਉਹਨਾਂ ਨੇ ਹੱਥ ਜੋੜ ਕੇ ਸੰਗਤਾਂ ਵੱਲੋਂ ਦਰਸ਼ਨਾਂ ਲਈ ਬੇਨਤੀ ਕੀਤੀ। ਗੁਰੂ ਜੀ ਨੇ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਹੁਣ ਸੰਗਤਾਂ ਗੁਰੂ ਦਰਸ਼ਨਾਂ ਲਈ ਖਡੂਰ ਸਾਹਿਬ ਆਉਣ ਲੱਗ ਪਈਆਂ ਤੇ ਉੱਥੇ ਵੀ ਕਰਤਾਰਪੁਰ ਵਰਗੀਆਂ ਰੌਣਕਾਂ ਲੱਗ ਗਈਆਂ। ਗੁਰਬਾਣੀ ਦਾ ਸੰਗ੍ਰਹਿ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਿਆਂ ਕੀਤਾ ਤੇ ਉਹਨੂੰ ਗੁਰਮੁਖੀ ਅੱਖਰਾਂ ਵਿੱਚ ਲਿਖਿਆ ਤਾਂ ਜੋ ਜਨਤਾ ਆਸਾਨੀ ਨਾਲ ਉਸ ਦਾ ਪਾਠ ਕਰ ਸਕੇ। ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵੀ ਲਿਖਵਾਈ। ਸ੍ਰੀ ਗੁਰੂ ਅੰਗਦ ਦੇਵ ਜੀ ਬੱਚਿਆਂ ਨਾਲ ਬੜਾ ਪਿਆਰ ਕਰਦੇ ਸਨ ਤੇ ਆਪ ਉਹਨਾਂ ਨੂੰ ਗੁਰਮੁਖੀ ਪੜ੍ਹਾਉਂਦੇ ਸਨ। ਬਾਦਸ਼ਾਹ ਹਮਾਯੂੰ। ਸੰਨ 1540 ਈਸਵੀ ਵਿੱਚ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਬਾਦਸ਼ਾਹ ਹਮਾਯੂੰ ਖਡੂਰ ਸਾਹਿਬ ਪਾਸੋਂ ਲੰਘ ਰਿਹਾ ਸੀ। ਉਹ ਪੀਰਾਂ ਫਕੀਰਾਂ ਦੀਆਂ ਅਸੀਸਾਂ ਦਾ ਚਾਹਵਾਨ ਸੀ ਤਾਂ ਜੋ ਉਹਨਾਂ ਅਸੀਸਾਂ ਨਾਲ ਆਪਣਾ ਖੁੱਸਿਆ ਰਾਜਪਾਟ ਸ਼ੇਰ ਸ਼ਾਹ ਸੂਰੀ ਤੋਂ ਵਾਪਸ ਲੈ ਸਕੇ। ਹਮਾਯੂੰ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਪਤਾ ਲੱਗਾ ਤੇ ਦਰਸ਼ਨਾਂ ਲਈ ਉਹਨਾਂ ਪਾਸ ਆਇਆ। ਗੁਰੂ ਜੀ ਉਸ ਵਕਤ ਬੱਚਿਆਂ ਵਿੱਚ ਬੈਠੇ ਸਿੱਖਿਆ ਦੇ ਰਹੇ ਸਨ, ਇਸ ਲਈ ਉਹਨਾਂ ਹਮਾਯੂੰ ਵੱਲ ਧਿਆਨ ਨਾ ਦਿੱਤਾ। ਇਸ ਨੂੰ ਹਮਾਯੂੰ ਨੇ ਆਪਣਾ ਅਪਮਾਨ ਸਮਝਿਆ ਤੇ ਗੁਰੂ ਜੀ ਨੂੰ ਮਾਰਨ ਲਈ ਤਲਵਾਰ ਧੂਣ ਲੱਗਾ। ਗੁਰੂ ਜੀ ਨੇ ਕਿਹਾ, ਬਾਦਸ਼ਾਹ ਇਹ ਤਲਵਾਰ ਜਿਹੜੀ ਹੁਣ ਫਕੀਰਾਂ ਨੂੰ ਮਾਰਨ ਲਈ ਕੱਢੀ ਜਾ ਰਹੀ ਏ, ਸ਼ੇਰ ਸ਼ਾਹ ਦੇ ਮੁਕਾਬਲੇ ਸਮੇਂ ਕਿੱਥੇ ਗਈ ਸੀ? ਇਹ ਸੁਣ ਕੇ ਹਮਾਯੂੰ ਬੜਾ ਸ਼ਰਮਿੰਦਾ ਹੋਇਆ ਤੇ ਉਹਨੇ ਗੁਰੂ ਜੀ ਅੱਗੇ ਮੱਥਾ ਟੇਕ ਕੇ ਖਿਮਾ ਮੰਗੀ ਤੇ ਅਸੀਸ ਦੇਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਉਹਨੂੰ ਅਸੀਸਾਂ ਦੇ ਕੇ ਵਿਦਾ ਕੀਤਾ। ਸ਼ਿਵਨਾਥ ਤਪਾ। ਖਡੂਰ ਸਾਹਿਬ ਵਿੱਚ ਜੋਗੀਆਂ ਦਾ ਇੱਕ ਮੱਠ ਸੀ। ਉੱਥੋਂ ਦੇ ਵੱਡੇ ਜੋਗੀ ਦਾ ਨਾਂ ਸ਼ਿਵਨਾਥ ਸੀ। ਇਹ ਜੋਗੀ ਆਪਣੇ ਆਪ ਨੂੰ ਬੜਾ ਕਰਨੀ ਵਾਲੇ ਸਮਝਦੇ ਹੁੰਦੇ ਸਨ ਤੇ ਕਈ ਕਿਸਮ ਦੇ ਪਖੰਡ ਵਿਖਾ ਕੇ ਲੋਕਾਂ ਨੂੰ ਆਪਣੇ ਵੱਸ ਵਿੱਚ ਰੱਖਦੇ ਸਨ। ਪਰ ਜਦ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੋਕਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਸ਼ੁਰੂ ਕੀਤਾ, ਲੋਕਾਂ ਵਿੱਚ ਜੋਗੀਆਂ ਦੀ ਮਾਨਤਾ ਬਹੁਤ ਘਟ ਗਈ ਸੀ। ਇਸ ਲਈ ਸ਼ਿਵਨਾਥ ਗੁਰੂ ਮਹਾਰਾਜ ਨਾਲ ਵੈਰ ਰੱਖਣ ਲੱਗ ਪਿਆ। ਇੱਕ ਵਾਰ ਮੀਂਹ ਨਾ ਪਿਆ ਤੇ ਲੋਕ ਬਹੁਤ ਘਬਰਾਏ। ਸ਼ਿਵਨਾਥ ਨੂੰ ਗੁਰੂ ਜੀ ਦੇ ਵਿਰੁੱਧ ਲੋਕਾਂ ਨੂੰ ਭੜਕਾਉਣ ਦਾ ਮੌਕਾ ਮਿਲ ਗਿਆ। ਉਹਨੇ ਲੋਕਾਂ ਨੂੰ ਕਿਹਾ, ਇਸ ਧਰਤੀ ਤੇ ਅਨਰਥ ਹੋ ਰਿਹਾ ਏ, ਇੱਥੇ ਮੀਂਹ ਕਿਵੇਂ ਪਵੇ? ਇੱਕ ਗ੍ਰਹਿਸਤੀ ਗੁਰੂ ਬਣਿਆ ਬੈਠਾ ਏ ਤੇ ਲੋਕਾਂ ਕੋਲੋਂ ਮੱਥੇ ਟਿਕਾਉਂਦਾ ਏ। ਇੰਦਰ ਦੇਵਤਾ ਬੜਾ ਸਖਤ ਨਾਰਾਜ਼ ਏ। ਵੱਡੇ ਐਵੇਂ ਨਹੀਂ ਕਹਿ ਗਏ ਕਿ ਪਾਪ ਅੱਗ ਵਾਂਗ ਫੂਕ ਸੁੱਟਦਾ ਏ। ਹਾਂ, ਜੇ ਇਸ ਗੁਰੂ ਨੂੰ ਪਿੰਡੋਂ ਬਾਹਰ ਕੱਢ ਆਓ ਤਾਂ ਮੈਂ ਛਮਾ ਛਮ ਮੀਂਹ ਵਰਾ ਦੇਵਾਂਗਾ ਤੇ ਜਾਂ ਉਹਦੇ ਅੱਗੇ ਜਾ ਕੁਰਲਾਓ ਕਿ ਭਲਿਆ ਲੋਕਾਂ, ਤੈਨੂੰ ਸਾਡੇ ਮੱਥੇ ਟੇਕਣੇ ਕੀ ਆਂਦੇ ਨੇ? ਜੇ ਖਲਕ ਰੱਬ ਦੀ ਮੀਂਹ ਖੁਣੋਂ ਤਰਾ ਤਰਾ ਕਰ ਰਹੀ ਏ, ਜੇ ਕੁਝ ਕੋਲ ਹੈ ਹੀ ਤਾਂ ਮੀਂਹ ਵਰਾ, ਨਹੀਂ ਤਾਂ ਆਪਣਾ ਰਾਹ ਫੜ। ਸਾਰੇ ਪਿੰਡ ਨੂੰ ਕਿਉਂ ਵਕਤ ਪਾਇਆ ਹੋਇਆ ਈ? ਲੋਕ ਬੜੇ ਘਬਰਾਏ ਹੋਏ ਸਨ। ਉਹ ਸ਼ਿਵਨਾਥ ਦੇ ਝਾਂਸੇ ਵਿੱਚ ਆ ਗਏ ਤੇ ਗੁਰੂ ਜੀ ਪਾਸ ਜਾ ਕੇ ਕਹਿਣ ਲੱਗੇ, ਮਹਾਰਾਜ, ਮੀਂਹ ਖੁਣੋਂ ਸਾਡਾ ਬੁਰਾ ਹਾਲ ਏ, ਸਾਡੇ ਤੇ ਮਿਹਰ ਕਰੋ ਤੇ ਮੀਂਹ ਵਰਾਓ। ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਸਭ ਗੱਲਾਂ ਪਰਮਾਤਮਾ ਦੇ ਹੱਥ ਵਿੱਚ ਹਨ ਤੇ ਉਹਨਾਂ ਦੀ ਮਿਹਰ ਨਾਲ ਹੀ ਪੂਰੀਆਂ ਹੁੰਦੀਆਂ ਹਨ। ਮਨੁੱਖ ਦੇ ਹੱਥ ਵਿੱਚ ਕੁਝ ਨਹੀਂ। ਇਸ ਤੇ ਲੋਕਾਂ ਨੇ ਉੱਤਰ ਦਿੱਤਾ, ਤਾਂ ਫਿਰ ਤੁਸੀਂ ਪਿੰਡ ਛੱਡ ਜਾਓ। ਸ਼ਿਵਨਾਥ ਮੀਂਹ ਪਵਾਉਣ ਦਾ ਜ਼ੁੰਮਾ ਲੈਂਦਾ ਏ। ਗੁਰੂ ਜੀ ਨੇ ਫਰਮਾਇਆ, ਜੇ ਮੇਰੇ ਇੱਥੇ ਚਲੇ ਜਾਣ ਨਾਲ ਮੀਂਹ ਪੈ ਜਾਵੇਗਾ ਤਾਂ ਮੈਂ ਅੱਜ ਹੀ ਚਲਾ ਜਾਂਦਾ ਹਾਂ। ਸੋ ਉਸੇ ਦਿਨ ਗੁਰੂ ਜੀ ਸਿੱਖ ਸੰਗਤਾਂ ਨਾਲ ਖਡੂਰ ਸਾਹਿਬ ਤੋਂ ਚਲੇ ਗਏ ਤੇ ਖਾਨ ਨਰਜਦਾਦ ਦੀ ਜੂਹ ਵਿੱਚ ਜਾ ਬੈਠੇ। ਹੁਣ ਸ਼ਿਵਨਾਥ ਹੋਰਾਂ ਦੇ ਭਾ ਦੀ ਬਣ ਗਈ। ਲੋਕ ਉਹਦੇ ਗਿਰਦ ਹੋ ਗਏ ਕਿ ਮੀਂਹ ਪਵਾ। ਉਹਨੇ ਬਥੇਰੇ ਮੰਤਰ ਪੜ੍ਹੇ, ਟੂਣੇ ਕੀਤੇ, ਪਰ ਮੀਂਹ ਦੀ ਇੱਕ ਬੂੰਦ ਤੱਕ ਨਾ ਪਈ। ਲੋਕਾਂ ਨੇ ਰੋਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਸ਼ਿਵਨਾਥ ਨੂੰ ਪਿੱਛਾ ਛਡਾਉਣਾ ਔਖਾ ਹੋ ਗਿਆ। ਇੰਨੀ ਦਿਨੀ ਅਮਰਦਾਸ ਜੀ ਪਿੰਡ ਬਾਸਰਕੇ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਲਈ ਖਡੂਰ ਸਾਹਿਬ ਆਏ। ਜਦ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੂੰ ਬੜਾ ਦੁੱਖ ਹੋਇਆ। ਉਹਨਾਂ ਨੇ ਲੋਕਾਂ ਨੂੰ ਸਮਝਾਇਆ, ਸ਼ਿਵਨਾਥ ਨੇ ਤੁਹਾਡੇ ਨਾਲ ਧੋਖਾ ਕੀਤਾ ਹੈ। ਉਹ ਤਾਂ ਪਖੰਡੀ ਏ। ਗੁਰੂ ਅੰਗਦ ਦੇਵ ਈਸ਼ਵਰ ਦੇ ਸੱਚੇ ਸੇਵਕ ਨੇ। ਉਹਨਾਂ ਦਾ ਕੇਵਲ ਨਾਂ ਲੈਣ ਨਾਲ ਹੀ ਮੀਂਹ ਪੈ ਸਕਦਾ ਹੈ। ਜੇ ਤੁਸੀਂ ਗੁਰੂ ਜੀ ਅੱਗੇ ਇੱਕ ਮਨ ਹੋ ਕੇ ਅਰਦਾਸ ਕਰੋ ਤੇ ਆਖੋ, ਧੰਨ ਗੁਰੂ ਅੰਗਦ ਦੇਵ, ਮੀਂਹ ਉਸੇ ਵੇਲੇ ਪੈਣਾ ਸ਼ੁਰੂ ਹੋ ਜਾਵੇਗਾ। ਲੋਕਾਂ ਨੇ ਇਸੇ ਤਰ੍ਹਾਂ ਕੀਤਾ। ਥੋੜ੍ਹੇ ਚਿਰ ਵਿੱਚ ਹੀ ਆਕਾਸ਼ 'ਤੇ ਬੱਦਲ ਛਾ ਗਏ ਤੇ ਦਬਾ ਦਬ ਮੀਂਹ ਵਰਨਾ ਸ਼ੁਰੂ ਹੋ ਗਿਆ। ਲੋਕਾਂ ਨੂੰ ਸ਼ਿਵਨਾਥ 'ਤੇ ਬੜਾ ਕ੍ਰੋਧ ਆਇਆ। ਉਹਨਾਂ ਨੇ ਸ਼ਿਵਨਾਥ ਨੂੰ ਜਾ ਫੜਿਆ ਤੇ ਉਹਨੂੰ ਧੱਕੇ ਮਾਰ ਮਾਰ ਕੇ ਅਧਮੋਇਆ ਕਰਕੇ ਪਿੰਡੋਂ ਬਾਹਰ ਕੱਢ ਆਏ, ਜਿੱਥੇ ਉਹਨੇ ਸਵਾਸ ਤਿਆਗ ਦਿੱਤੇ। ਜਦੋਂ ਅਮਰਦਾਸ ਜੀ ਗੁਰੂ ਜੀ ਦੇ ਦਰਸ਼ਨਾਂ ਲਈ ਖਾਨਰ ਜ਼ਰਾਤ ਪਹੁੰਚੇ ਤਾਂ ਗੁਰੂ ਜੀ ਉਹਨਾਂ ਨੂੰ ਖਪਾ ਹੋਏ ਤੇ ਕਹਿਣ ਲੱਗੇ, ਕਰਾਮਾਤ ਵਿਖਾਉਣਾ ਗੁਰਸਿੱਖ ਦਾ ਕੰਮ ਨਹੀਂ।
ਪਰਮਾਤਮਾ ਦੇ ਹੁਕਮ ਵਿੱਚ ਹੀ ਸਭ ਕੁਝ ਹੁੰਦਾ ਹੈ। ਗੁਰਸਿੱਖ ਸਦਾ ਸਭਨਾਂ ਦਾ ਭਲਾ ਮੰਗਦਾ ਹੈ। ਉਹ ਅਪਰਾਧੀਆਂ ਨੂੰ ਬਖਸ਼ ਦਿੰਦਾ ਹੈ ਅਤੇ ਕਰਤਾਰ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਦਾ ਹੈ। ਇਤਨੇ ਵਿੱਚ ਖਡੂਰ ਸਾਹਿਬ ਤੋਂ ਲੋਕਾਂ ਦੀ ਭੀੜ ਗੁਰੂ ਜੀ ਪਾਸ ਆ ਪਹੁੰਚੀ। ਇਹਨਾਂ ਸਭਨਾਂ ਨੇ ਹੱਥ ਜੋੜ ਕੇ ਗੁਰੂ ਜੀ ਤੋਂ ਆਪਣੀ ਭੁੱਲ ਬਖਸ਼ਵਾਈ ਅਤੇ ਉਹਨਾਂ ਨੂੰ ਵਾਪਸ ਖਡੂਰ ਚੱਲਣ ਲਈ ਬੇਨਤੀ ਕੀਤੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਸਮਝਾਇਆ, ਤੁਸਾਂ ਪਤੇ ਨੂੰ ਧੂ ਕੇ ਮਾਰ ਦਿੱਤਾ ਹੈ, ਤੁਸੀਂ ਘੋਰ ਪਾਪ ਕੀਤਾ ਹੈ। ਤੁਸੀਂ ਸਾਰੇ ਕਰਤਾਰ ਅੱਗੇ ਅਰਦਾਸ ਕਰੋ ਕਿ ਤਪੇ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਹਦੇ ਨਾਂ ਦਾ ਯੱਗ ਕਰਕੇ ਸਾਧਾਂ ਸੰਤਾਂ ਨੂੰ ਛਕਾਓ। ਜਦੋਂ ਤੁਸੀਂ ਇਹ ਕਰ ਲਵੋਗੇ ਤਾਂ ਅਸੀਂ ਆ ਜਾਵਾਂਗੇ। ਲੋਕਾਂ ਨੇ ਗੁਰੂ ਮਹਾਰਾਜ ਦੇ ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ। ਇਸ 'ਤੇ ਗੁਰੂ ਜੀ ਵਾਪਸ ਖਡੂਰ ਸਾਹਿਬ ਆ ਗਏ। ਭਾਣਾ ਮੰਨਣਾ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਲੰਗਰ ਜਾਰੀ ਰੱਖਿਆ। ਜੀਵਾ ਨਾਂ ਦਾ ਇੱਕ ਗੁਰਸਿੱਖ ਹਰ ਰੋਜ਼ ਸਵੇਰੇ ਲੰਗਰ ਵਿੱਚ ਦਹੀਂ ਤੇ ਖਿਚੜੀ ਪਹੁੰਚਾਇਆ ਕਰਦਾ ਸੀ। ਉਸ ਦੇ ਮਗਰੋਂ ਇਹ ਸੇਵਾ ਉਹਦੀ ਧੀ ਨੇ ਸੰਭਾਲੀ, ਜਿਸ ਦਾ ਨਾਂ ਜਿਵਾਈ ਸੀ। ਇੱਕ ਦਿਨ ਜਦ ਉਹ ਲੰਗਰ ਲਈ ਦਹੀਂ ਤੇ ਖਿਚੜੀ ਲੈ ਕੇ ਤੁਰਨ ਲੱਗੀ ਤਾਂ ਇਤਨੇ ਜ਼ੋਰ ਦੀ ਹਨੇਰੀ ਚੱਲਣ ਲੱਗ ਪਈ ਕਿ ਹਟਣ ਵਿੱਚ ਨਹੀਂ ਸੀ ਆਉਂਦੀ। ਜਿਵਾਈ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਹਨੇਰੀ ਬੰਦ ਹੋ ਜਾਵੇ ਤਾਂ ਜੋ ਵੇਲੇ ਸਿਰ ਲੰਗਰ ਵਿੱਚ ਪਹੁੰਚ ਸਕੇ। ਅਰਦਾਸ ਕਰਨ ਦੀ ਢਿੱਲ ਸੀ ਕਿ ਹਨੇਰੀ ਰੁਕ ਗਈ ਅਤੇ ਉਹ ਦਹੀਂ ਅਤੇ ਖਿਚੜੀ ਲੈ ਕੇ ਖਡੂਰ ਸਾਹਿਬ ਪਹੁੰਚ ਗਈ। ਪਰ ਉਸ ਦਿਨ ਸਤਿਗੁਰਾਂ ਨੇ ਦਹੀਂ ਖਿਚੜੀ ਛਕਣ ਤੋਂ ਨਾ ਕਰ ਦਿੱਤੀ। ਜਿਵਾਈ ਨੇ ਬੜੀ ਨਿਮਰਤਾ ਨਾਲ ਇਸ ਦਾ ਕਾਰਨ ਪੁੱਛਿਆ। ਗੁਰੂ ਜੀ ਨੇ ਉੱਤਰ ਦਿੱਤਾ, ਪੁੱਤਰੀ, ਸਾਨੂੰ ਸਦਾ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਅੱਜ ਦੀ ਹਨੇਰੀ ਨਾਲ ਕਈ ਜੀਆਂ ਦਾ ਭਲਾ ਹੋਣਾ ਸੀ, ਪਰ ਉਹਦੇ ਰੁਕਣ ਨਾਲ ਕਈਆਂ ਦਾ ਨੁਕਸਾਨ ਹੋ ਗਿਆ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਹ ਸ਼ਬਦ ਜਿਵਾਈ ਤੇ ਹੋਰ ਗੁਰਸਿੱਖਾਂ ਲਈ ਚਾਨਣ ਮੁਨਾਰਾ ਬਣ ਗਏ। ਸਰੀਰਕ ਕਸਰਤ। ਸ੍ਰੀ ਗੁਰੂ ਅੰਗਦ ਦੇਵ ਜੀ ਜਿੱਥੇ ਮਨ ਦੀ ਸਵੱਛਤਾ ਲਈ ਗੁਰਬਾਣੀ ਦਾ ਜਾਪ ਤੇ ਉਸ 'ਤੇ ਅਮਲ ਕਰਨਾ ਜ਼ਰੂਰੀ ਸਮਝਦੇ ਸਨ, ਉੱਥੇ ਸਰੀਰ ਨੂੰ ਤੰਦਰੁਸਤ ਰੱਖਣ 'ਤੇ ਬੜਾ ਜ਼ੋਰ ਦਿੰਦੇ ਸਨ। ਉਹਨਾਂ ਦਾ ਕਥਨ ਸੀ ਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਆਤਮਾ ਰਹਿ ਸਕਦੀ ਹੈ। ਸਤਿਗੁਰਾਂ ਨੇ ਭਲਵਾਨੀ ਲਈ ਇੱਕ ਅਖਾੜਾ ਬਣਵਾਇਆ ਹੋਇਆ ਸੀ, ਜਿੱਥੇ ਉਹ ਗੱਭਰੂਆਂ ਨੂੰ ਕਸਰਤ ਕਰਵਾਇਆ ਕਰਦੇ ਸਨ। ਗੁਰੂ ਜੀ ਉਹਨਾਂ ਦੇ ਘੋਲ ਵੀ ਕਰਾਉਂਦੇ ਹੁੰਦੇ ਸਨ। ਉਹਨਾਂ ਦੇ ਹੁਕਮ ਅਨੁਸਾਰ ਗੁਰੂ ਕੇ ਲੰਗਰ ਵਿੱਚ ਇਹਨਾਂ ਗੱਭਰੂਆਂ ਲਈ ਘਿਆਲੀ ਖੀਰ ਤਿਆਰ ਹੁੰਦੀ ਸੀ। ਉਸ ਅਖਾੜੇ ਵਾਲੀ ਥਾਂ 'ਤੇ ਬਾਅਦ ਵਿੱਚ ਗੁਰਦੁਆਰਾ ਅਖਾੜਾ ਸਾਹਿਬ ਬਣਾਇਆ ਗਿਆ। ਸੱਚਖੰਡ ਵਾਪਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ 29 ਮਾਰਚ 1552 ਨੂੰ ਅਮਰਦਾਸ ਜੀ ਅੱਗੇ 5 ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਪਾਸੋਂ ਉਹਨਾਂ ਨੂੰ ਗੁਰਿਆਈ ਦਾ ਤਿਲਕ ਲਵਾਇਆ। ਇਸ ਮਗਰੋਂ ਉਸੇ ਦਿਨ 48 ਸਾਲ ਦੀ ਆਜੂ ਪੂਜ ਕੇ ਗੁਰੂ ਜੀ ਜੋਤੀ ਜੋਤ ਸਮਾ ਗਏ।